ਅਸੀਂ ਹਾਂ ਗਿਆਨ ਦੇ ਦੀਵੇ ਬੁਝਾਉਣਾ ਲੋਚ ਦੇ ਝੱਖੜ। ਅਸੀਂ ਹਾਂ ਗਿਆਨ ਦੇ ਦੀਵੇ ਬੁਝਾਉਣਾ ਲੋਚ ਦੇ ਝੱਖੜ। ਉਦੋਂ ਤੱਕ ਜਗਮਗਾਵਾਂਗੇ ਜਦੋਂ ਤੱਕ ਰਾਤ ਬਾਕੀ ਹੈ। ਉਦੋਂ ਤੱਕ ਜਗਮਗਾਵਾਂਗੇ ਜਦੋਂ ਤੱਕ ਰਾਤ ਬਾਕੀ ਹੈ। ਬਹੁਤ ਹੀ ਪਿਆਰੇ ਬੱਚਿਓ, ਸਤਿ ਸ਼੍ਰੀ ਅਕਾਲ। ਮੈਂ ਸੰਦੀਪ ਸਿੰਘ, ਪੰਜਾਬੀ ਮਾਸਟਰ, ਸਰਕਾਰੀ ਹਾਈ ਸਕੂਲ ਪਿੰਡੀ ਔਲਰ, ਜ਼ਿਲ੍ਹਾ ਅੰਮ੍ਰਿਤਸਰ। ਬੱਚਿਓ, ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਅੱਜ ਸਾਰਾ ਸੰਸਾਰ ਕਰੋਨਾ ਮਹਾਮਾਰੀ ਦੇ ਸੰਕਟ ਵਿੱਚੋਂ ਲੰਘ ਰਿਹਾ ਹੈ। ਇਸ ਕਰੋਨਾ ਮਹਾਮਾਰੀ ਦੇ ਸੰਕਟ ਵਿੱਚ ਸਿੱਖਿਆ ਵਿਭਾਗ ਦਾ ਆਨਲਾਈਨ ਪੜ੍ਹਾਈ ਕਰਾਉਣ ਦਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਮੈਂ ਇਸੇ ਪਰੰਪਰਾ ਨੂੰ ਜਾਰੀ ਰੱਖਦਿਆਂ ਅੱਜ ਤੁਹਾਡੇ ਸਾਹਮਣੇ 6ਵੀਂ ਜਮਾਤ ਦੀ ਇੱਕ ਕਹਾਣੀ ਲੈ ਕੇ ਹਾਜ਼ਰ ਹੋਇਆ ਹਾਂ। ਮੈਨੂੰ ਉਮੀਦ ਹੈ ਤੁਸੀਂ ਇਸ ਕਹਾਣੀ ਨੂੰ ਵਿਦਿਅਕ ਦ੍ਰਿਸ਼ਟੀਕੋਣ ਤੋਂ ਸਮਝਣ ਦੇ ਨਾਲ ਇਸ ਤੋਂ ਜ਼ਿੰਦਗੀ ਵਿੱਚ ਸੇਧ ਵੀ ਪ੍ਰਾਪਤ ਕਰੋਗੇ। ਤਾਂ ਆਓ ਬੱਚਿਓ, ਕਹਾਣੀ ਸ਼ੁਰੂ ਕਰੀਏ। ਬਹੁਤ ਪਿਆਰੇ ਵਿਦਿਆਰਥੀਓ, ਪਹਿਲਾਂ ਮੈਂ ਤੁਹਾਨੂੰ ਸਵਾਲ ਪੁੱਛਾਂਗਾ ਅਤੇ ਫਿਰ ਆਪਾਂ ਕਹਾਣੀ ਪੜ੍ਹਾਂਗੇ। ਤਾਂ ਬੱਚਿਓ, ਪਹਿਲਾ ਸਵਾਲ ਹੈ, ਤੁਸੀਂ ਸਵੇਰੇ ਕਿਸ ਦੀ ਆਵਾਜ਼ ਸੁਣ ਕੇ ਉੱਠਦੇ ਹੋ? ਇਸ ਦਾ ਪਹਿਲਾ ਆਪਸ਼ਨ ਹੈ ਮਾਂ ਦੀ ਹਾਕ, ਦੂਜਾ ਆਪਸ਼ਨ ਹੈ ਫੋਨ ਅਲਾਰਮ ਅਤੇ ਤੀਜਾ ਆਪਸ਼ਨ ਹੈ ਟਾਈਮ ਪੀਸ ਅਲਾਰਮ। ਸਰ, ਮੈਨੂੰ ਸਵੇਰੇ ਮੇਰੇ ਮੰਮੀ ਉਠਾਉਂਦੇ ਨੇ। ਸਰ, ਮੈਂ ਤਾਂ ਫੋਨ ਅਲਾਰਮ ਨਾਲ ਉੱਠਦੀ ਹਾਂ। ਸਰ, ਮੈਂ ਟਾਈਮ ਪੀਸ ਅਲਾਰਮ ਨਾਲ ਉੱਠਦਾ ਹਾਂ। ਸ਼ਾਬਾਸ਼, ਵੈਰੀ ਗੁੱਡ, ਬਿਲਕੁਲ ਸਹੀ ਜਵਾਬ ਬੇਟਾ। ਤਾਂ ਤੁਸੀਂ ਸਾਰੇ ਅਲੱਗ-ਅਲੱਗ ਤਰੀਕਿਆਂ ਨਾਲ ਉੱਠਦੇ ਹੋ। ਕੋਈ ਮਾਂ ਦੀ ਹਾਕ ਨਾਲ, ਕੋਈ ਫੋਨ ਅਲਾਰਮ ਨਾਲ, ਕੋਈ ਟਾਈਮ ਪੀਸ ਅਲਾਰਮ ਨਾਲ। ਤਾਂ ਬੱਚਿਓ, ਅਗਲਾ ਸਵਾਲ ਹੈ, ਪੁਰਾਣੇ ਸਮੇਂ ਵਿੱਚ ਲੋਕ ਕਿਸ ਦੀ ਬਾਂਗ ਨਾਲ ਉੱਠਦੇ ਸੀ? ਇਸ ਦਾ ਪਹਿਲਾ ਆਪਸ਼ਨ ਹੈ ਬੱਤਖ, ਦੂਸਰਾ ਆਪਸ਼ਨ ਹੈ ਮੋਰ, ਤੀਸਰਾ ਆਪਸ਼ਨ ਹੈ ਮੁਰਗਾ ਅਤੇ ਚੌਥਾ ਆਪਸ਼ਨ ਹੈ ਮੋਬਾਈਲ। ਸਰ, ਪੁਰਾਣੇ ਸਮੇਂ ਵਿੱਚ ਲੋਕ ਮੁਰਗੇ ਦੀ ਬਾਂਗ ਸੁਣ ਕੇ ਉੱਠਦੇ ਸੀ। ਸ਼ਾਬਾਸ਼, ਵੈਰੀ ਗੁੱਡ, ਬਿਲਕੁਲ ਸਹੀ ਜਵਾਬ ਬੇਟਾ। ਬੱਚਿਓ, ਪੁਰਾਣੇ ਸਮੇਂ ਵਿੱਚ ਲੋਕ ਮੁਰਗੇ ਦੀ ਬਾਂਗ ਸੁਣ ਕੇ ਉੱਠਦੇ ਸੀ। ਤਾਂ ਬੱਚਿਓ, ਅਗਲਾ ਸਵਾਲ ਹੈ, ਉਹ ਕਿਹੜੇ-ਕਿਹੜੇ ਪੰਛੀ ਹਨ ਜੋ ਘਰ 'ਚ ਲੋੜਾਂ ਪੂਰੀਆਂ ਕਰਨ ਲਈ ਪਾਲੇ ਜਾਂਦੇ ਹਨ? ਸਰ, ਲੋਕ ਘਰ 'ਚ ਲੋੜਾਂ ਪੂਰੀਆਂ ਕਰਨ ਲਈ ਮੁਰਗੀਆਂ ਪਾਲਦੇ ਹਨ। ਸਰ, ਲੋਕ ਘਰ 'ਚ ਮੁਰਗੇ ਪਾਲਦੇ ਹਨ। ਸ਼ਾਬਾਸ਼, ਵੈਰੀ ਗੁੱਡ, ਬਿਲਕੁਲ ਸਹੀ ਜਵਾਬ ਬੇਟਾ। ਬੱਚਿਓ, ਘਰ 'ਚ ਅਸੀਂ ਲੋੜਾਂ ਪੂਰੀਆਂ ਕਰਨ ਲਈ ਮੁਰਗੇ, ਮੁਰਗੀਆਂ ਆਦਿ ਪਾਲਦੇ ਹਾਂ। ਬੱਚਿਓ, ਆਖਰੀ ਸਵਾਲ ਹੈ, ਮੁਰਗੀਆਂ ਤੋਂ ਅਸੀਂ ਕੀ ਪ੍ਰਾਪਤ ਕਰਦੇ ਹਾਂ? ਸਰ, ਮੁਰਗੀਆਂ ਤੋਂ ਅਸੀਂ ਅੰਡੇ ਪ੍ਰਾਪਤ ਕਰਦੇ ਹਾਂ। ਸ਼ਾਬਾਸ਼, ਵੈਰੀ ਗੁੱਡ, ਬਿਲਕੁਲ ਸਹੀ ਜਵਾਬ ਬੇਟਾ। ਮੁਰਗੀਆਂ ਤੋਂ ਅਸੀਂ ਅੰਡੇ ਪ੍ਰਾਪਤ ਕਰਦੇ ਹਾਂ। ਤਾਂ ਆਓ ਬੱਚਿਓ, ਅੱਜ ਆਪਾਂ ਮੁਰਗੀ ਬਾਰੇ ਇੱਕ ਕਹਾਣੀ ਪੜ੍ਹਦੇ ਹਾਂ। ਤਾਂ ਬੱਚਿਓ, ਅੱਜ ਅਸੀਂ ਕਹਾਣੀ ਪੜ੍ਹਾਂਗੇ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ। ਪਿਆਰੇ ਬੱਚਿਓ, ਬਹੁਤ ਹੀ ਪੁਰਾਣੇ ਸਮੇਂ ਦੀ ਗੱਲ ਹੈ। ਇੱਕ ਪਿੰਡ ਵਿੱਚ ਇੱਕ ਗਰੀਬ ਕਿਸਾਨ ਰਹਿੰਦਾ ਸੀ। ਉਹ ਦਿਨ ਰਾਤ ਮਿਹਨਤ ਕਰਦਾ, ਪਰ ਉਸਦੇ ਘਰ ਦੀ ਆਰਥਿਕ ਹਾਲਤ ਮਾੜੀ ਹੀ ਬਣੀ ਰਹਿੰਦੀ ਸੀ। ਪੈਸਿਆਂ ਦੀ ਕਮੀ ਹੋਣ ਕਰਕੇ ਉਹਨਾਂ ਦੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚੱਲਦਾ ਸੀ ਤੇ ਇਸੇ ਕਰਕੇ ਵਿਚਾਰਾ ਕਿਸਾਨ ਬਹੁਤ ਪਰੇਸ਼ਾਨ ਰਹਿੰਦਾ ਸੀ। ਆਪਣੇ ਘਰ ਦੀ ਆਰਥਿਕ ਹਾਲਤ ਸੁਧਾਰਨ ਲਈ ਇੱਕ ਦਿਨ ਉਹ ਸ਼ਹਿਰੋਂ ਕੁਝ ਮੁਰਗੀਆਂ ਖਰੀਦ ਕੇ ਲੈ ਆਇਆ ਤਾਂ ਜੋ ਉਹ ਮੁਰਗੀਆਂ ਦੇ ਅੰਡੇ ਵੇਚ ਕੇ ਪੈਸੇ ਕਮਾ ਸਕੇ। ਬੱਚਿਓ, ਉਹਨਾਂ ਮੁਰਗੀਆਂ ਨੇ ਜਦੋਂ ਆਂਡੇ ਦਿੱਤੇ ਤਾਂ ਕਿਸਾਨ ਦੇਖਦਾ ਹੈ ਕਿ ਉਹਨਾਂ ਵਿੱਚੋਂ ਇੱਕ ਮੁਰਗੀ ਦੇ ਆਂਡੇ ਸੋਨੇ ਦੇ ਸਨ। ਮੁਰਗੀ ਦੇ ਸੋਨੇ ਦੇ ਆਂਡੇ ਦੇਖ ਕੇ ਕਿਸਾਨ ਬਹੁਤ ਖੁਸ਼ ਹੋਇਆ। ਤਾਂ ਪਿਆਰੇ ਬੱਚਿਓ, ਇਸ ਤਰ੍ਹਾਂ ਉਹ ਮੁਰਗੀ ਹਰ ਰੋਜ਼ ਸੋਨੇ ਦਾ ਇੱਕ ਆਂਡਾ ਦੇਣ ਲੱਗੀ, ਜਿਸ ਨੂੰ ਵੇਚ ਕੇ ਕਿਸਾਨ ਦਿਨ ਪ੍ਰਤੀ ਦਿਨ ਅਮੀਰ ਹੁੰਦਾ ਗਿਆ। ਪਰ ਨਾਲ ਹੀ ਇਉਂ ਵੀ ਹੋਇਆ ਕਿ ਹੁਣ ਉਸਨੇ ਮਿਹਨਤ ਕਰਨੀ ਛੱਡ ਦਿੱਤੀ ਅਤੇ ਉਹ ਹੋਰ ਵੱਧ ਅਮੀਰ ਹੋਣ ਬਾਰੇ ਸੋਚਣ ਲੱਗਿਆ।
ਤਾਂ ਬੱਚਿਓ ਇੱਥੇ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਹਾਂ ਕਿ ਜੇਕਰ ਤੁਹਾਨੂੰ ਮੁਫਤ ਵਿੱਚ ਕੋਈ ਚੀਜ਼ ਹਰ ਰੋਜ਼ ਮਿਲਦੀ ਹੋਵੇ ਤਾਂ ਕੀ ਤੁਸੀਂ ਮਿਹਨਤ ਕਰੋਗੇ? ਬਿਲਕੁਲ ਸਹੀ ਜਵਾਬ ਬੱਚਿਓ, ਜੇਕਰ ਸਾਨੂੰ ਮੁਫਤ ਵਿੱਚ ਕੋਈ ਚੀਜ਼ ਹਰ ਰੋਜ਼ ਮਿਲੇ ਤਾਂ ਅਸੀਂ ਮਿਹਨਤ ਕਰਨੀ ਛੱਡ ਦਿੰਦੇ ਹਾਂ। ਬਿਲਕੁਲ ਇਸੇ ਤਰ੍ਹਾਂ ਉਸ ਕਿਸਾਨ ਨੇ ਵੀ ਕੀਤਾ। ਹੁਣ ਉਹ ਬਿਨਾਂ ਮਿਹਨਤ ਕੀਤਿਆਂ ਇੱਕਦਮ ਅਮੀਰ ਹੋਣ ਦੇ ਸੁਪਨੇ ਦੇਖਣ ਲੱਗ ਪਿਆ। ਬੱਚਿਓ, ਕਿਸਾਨ ਦੇ ਮਨ ਵਿੱਚ ਸੋਨੇ ਦੇ ਆਂਡਿਆਂ ਦਾ ਲਾਲਚ ਭਰ ਗਿਆ ਸੀ। ਉਸਨੇ ਇੱਕ ਦਿਨ ਸੋਚਿਆ ਕਿ ਜੇਕਰ ਮੁਰਗੀ ਹਰ ਰੋਜ਼ ਸੋਨੇ ਦਾ ਇੱਕ ਆਂਡਾ ਦਿੰਦੀ ਹੈ ਤਾਂ ਉਸਦੇ ਪੇਟ ਵਿੱਚ ਬਹੁਤ ਸਾਰੇ ਸੋਨੇ ਦੇ ਆਂਡੇ ਹੋਣਗੇ। ਉਹ ਇੱਕ ਵਾਰ ਵਿੱਚ ਹੀ ਮੁਰਗੀ ਦੇ ਪੇਟ ਵਿੱਚੋਂ ਸਾਰੇ ਸੋਨੇ ਦੇ ਆਂਡੇ ਕੱਢਣ ਬਾਰੇ ਸੋਚਣ ਲੱਗਿਆ, ਜਿਸ ਨਾਲ ਉਹ ਜਲਦੀ ਹੀ ਕਰੋੜਪਤੀ ਬਣ ਜਾਵੇਗਾ। ਬੱਚਿਓ, ਇੱਕ ਦਿਨ ਕਿਸਾਨ ਨੇ ਲਾਲਚ ਵਿੱਚ ਆ ਕੇ ਮੁਰਗੀ ਨੂੰ ਪਕੜ ਲਿਆ ਤੇ ਚਾਕੂ ਨਾਲ ਉਸ ਦਾ ਪੇਟ ਚੀਰ ਦਿੱਤਾ। ਇਸ ਤਰ੍ਹਾਂ ਵਿਚਾਰੀ ਮੁਰਗੀ ਮਰ ਗਈ ਅਤੇ ਕਿਸਾਨ ਨੇ ਹਰ ਰੋਜ਼ ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ ਨੂੰ ਹੱਥੋਂ ਗਵਾ ਲਿਆ। ਉਸਨੇ ਤਾਂ ਸੋਚਿਆ ਸੀ ਕਿ ਮੁਰਗੀ ਦੇ ਪੇਟ ਵਿੱਚੋਂ ਬਹੁਤ ਸਾਰੇ ਸੋਨੇ ਦੇ ਆਂਡੇ ਨਿਕਲਣਗੇ, ਪਰ ਖੂਨ ਤੋਂ ਇਲਾਵਾ ਹੋਰ ਕੁਝ ਨਾ ਨਿਕਲਿਆ। ਹੁਣ ਕਿਸਾਨ ਬਹੁਤ ਪਛਤਾ ਰਿਹਾ ਸੀ ਕਿਉਂਕਿ ਵੇਲਾ ਹੱਥੋਂ ਨਿਕਲ ਚੁੱਕਾ ਸੀ। ਬੱਚਿਓ, ਹੁਣ ਉਸ ਕੋਲ ਪਛਤਾਵੇ ਤੋਂ ਇਲਾਵਾ ਕੁਝ ਨਾ ਰਿਹਾ। ਬੱਚਿਓ, ਲਾਲਚ ਸ਼ਬਦ ਦਾ ਅਰਥ ਹੈ ਕਿਸੇ ਚੀਜ਼ ਨੂੰ ਪ੍ਰਾਪਤ ਕਰਨ ਦੀ ਤੀਬਰ ਇੱਛਾ। ਲਾਲਚ ਨੂੰ ਮਨੁੱਖ ਦੇ 5 ਵਿਕਾਰਾਂ ਵਿੱਚੋਂ ਇੱਕ ਵਿਕਾਰ ਗਿਣਿਆ ਜਾਂਦਾ ਹੈ। ਜੋ ਕੁਝ ਸਾਡੇ ਕੋਲ ਹੈ, ਜਦੋਂ ਅਸੀਂ ਉਸ ਨਾਲ ਸੰਤੁਸ਼ਟ ਨਾ ਹੋ ਕੇ ਹੋਰ ਜ਼ਿਆਦਾ ਲੋਚਦੇ ਹਾਂ ਤਾਂ ਇਸ ਨੂੰ ਲਾਲਚ ਕਹਿੰਦੇ ਹਨ। ਅਸੀਂ ਲਾਲਚ ਵਿੱਚ ਆਪਣੇ ਕੋਲ ਜੋ ਚੀਜ਼ ਹੁੰਦੀ ਹੈ ਉਸ ਤੋਂ ਵੀ ਹੱਥ ਧੋ ਬੈਠਦੇ ਹਾਂ। ਬੱਚਿਓ, ਲਾਲਚ ਵਿਅਕਤੀ ਨੂੰ ਇਸ ਹੱਦ ਤੱਕ ਅੰਨਾ ਕਰ ਦਿੰਦਾ ਹੈ ਕਿ ਉਹ ਬੁਰੇ ਭਲੇ, ਚੰਗੇ ਮਾੜੇ ਦੀ ਪਛਾਣ ਛੱਡ ਕੇ ਸਿਰਫ ਲਾਲਚ ਦੀ ਪੂਰਤੀ ਪਿੱਛੇ ਲੱਗ ਜਾਂਦਾ ਹੈ। ਜਿਵੇਂ ਕਿ ਅਸੀਂ ਕਹਾਣੀ ਵਿੱਚ ਪੜ੍ਹਿਆ ਕਿ ਕਿਸਾਨ ਨੇ ਲਾਲਚ ਵਿੱਚ ਆ ਕੇ ਰੋਜ਼ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਹੱਥੋਂ ਗਵਾ ਲਈ। ਉਸ ਵਿਚਾਰੀ ਮੁਰਗੀ ਦਾ ਪੇਟ ਚਾਕੂ ਨਾਲ ਚੀਰ ਦਿੱਤਾ, ਪਰ ਕਿਸਾਨ ਨੂੰ ਮੁਰਗੀ ਦੇ ਪੇਟ ਵਿੱਚੋਂ ਖੂਨ ਤੋਂ ਇਲਾਵਾ ਕੁਝ ਨਾ ਮਿਲਿਆ। ਉਸ ਨੂੰ ਤਾਂ ਉਮੀਦ ਸੀ ਕਿ ਉਸ ਨੂੰ ਬਹੁਤ ਸਾਰੇ ਸੋਨੇ ਦੇ ਆਂਡੇ ਮਿਲਣਗੇ। ਲਾਲਚ ਵਿੱਚ ਆ ਕੇ ਉਸਨੇ ਰੋਜ਼ ਇੱਕ ਆਂਡਾ ਦੇਣ ਵਾਲੀ ਮੁਰਗੀ ਨੂੰ ਹੱਥੋਂ ਗਵਾ ਲਿਆ। ਬੱਚਿਓ, ਜਿੰਨਾ ਸਾਡੇ ਕੋਲ ਹੋਵੇ ਸਾਨੂੰ ਉਸ ਵਿੱਚ ਹੀ ਸੰਤੁਸ਼ਟ ਰਹਿਣਾ ਚਾਹੀਦਾ ਹੈ। ਵੱਧ ਪ੍ਰਾਪਤ ਕਰਨ ਦੀ ਤਾਂਘ ਲਾਲਚ ਨੂੰ ਜਨਮ ਦਿੰਦੀ ਹੈ ਅਤੇ ਲਾਲਚ ਮਨੁੱਖ ਦੀ ਬੁੱਧੀ ਭ੍ਰਿਸ਼ਟ ਕਰ ਦਿੰਦਾ ਹੈ। ਬੁੱਧੀ ਭ੍ਰਿਸ਼ਟ ਹੋਣ ਨਾਲ ਮਨੁੱਖ ਬੁਰੇ ਕੰਮਾਂ ਦੇ ਰਾਹ ਪੈ ਜਾਂਦਾ ਹੈ। ਬੱਚਿਓ, ਕਹਿੰਦੇ ਹਨ ਕਿ ਲਾਲਚ ਦੀ ਕੋਈ ਹੱਦ ਨਹੀਂ ਹੁੰਦੀ। ਇਹ ਇੱਕ ਅਜਿਹਾ ਦਰਵਾਜ਼ਾ ਹੈ ਜਿਸ ਦੇ ਅੰਦਰ ਜਾਣ ਦਾ ਰਸਤਾ ਤਾਂ ਹੁੰਦਾ ਹੈ ਪਰ ਬਾਹਰ ਨਿਕਲਣ ਦਾ ਨਹੀਂ ਹੁੰਦਾ। ਲਾਲਚੀ ਮਨੁੱਖ ਦੀ ਕਦੇ ਤਮਾ ਨਹੀਂ ਭਰਦੀ। ਲਾਲਚ ਸਾਡੇ ਬੁਰੇ ਕੰਮਾਂ ਦੀ ਜੜ ਹੈ। ਸੋ ਬੱਚਿਓ, ਇਸ ਕਹਾਣੀ ਨੂੰ ਪੜ੍ਹ ਕੇ ਸਾਨੂੰ ਸਿੱਖਿਆ ਮਿਲਦੀ ਹੈ ਕਿ ਸਾਨੂੰ ਲਾਲਚ ਨਹੀਂ ਕਰਨਾ ਚਾਹੀਦਾ, ਕਿਉਂਕਿ ਲਾਲਚ ਇੱਕ ਬੁਰੀ ਬਲਾ ਹੈ। ਸਾਨੂੰ ਲਾਲਚ ਵਿੱਚ ਨਹੀਂ ਆਉਣਾ ਚਾਹੀਦਾ। ਲਾਲਚ ਕਰਨ ਨਾਲ ਮਨੁੱਖ ਆਪਣੀਆਂ ਮੁੱਲਵਾਨ ਚੀਜ਼ਾਂ ਗਵਾ ਲੈਂਦਾ ਹੈ। ਇਸੇ ਕਰਕੇ ਸਾਨੂੰ ਆਪਣੇ ਕੋਲ ਜੋ ਵੀ ਚੀਜ਼ ਹੈ ਉਸ ਵਿੱਚ ਸਬਰ ਕਰਨਾ ਚਾਹੀਦਾ ਹੈ, ਕਿਉਂਕਿ ਸਬਰ ਦਾ ਫਲ ਮਿੱਠਾ ਹੁੰਦਾ ਹੈ। ਤਾਂ ਬੱਚਿਓ, ਹੁਣ ਮੈਂ ਤੁਹਾਨੂੰ ਕਹਾਣੀ ਨਾਲ ਸੰਬੰਧਿਤ ਕੁਝ ਸਵਾਲ ਪੁੱਛਦਾ ਹਾਂ। ਬੱਚਿਓ, ਅਸੀਂ ਜਿਹੜੀ ਕਹਾਣੀ ਪੜ੍ਹੀ ਹੈ ਉਸ ਦਾ ਨਾਂ ਹੈ ਸੋਨੇ ਦਾ ਆਂਡਾ ਦੇਣ ਵਾਲੀ ਡੈਸ਼। ਇਸ ਦਾ ਪਹਿਲਾ ਆਪਸ਼ਨ ਹੈ ਬੱਤਖ, ਦੂਸਰਾ ਆਪਸ਼ਨ ਹੈ ਮੁਰਗੀ ਅਤੇ ਤੀਸਰਾ ਆਪਸ਼ਨ ਹੈ ਮੋਰਨੀ। ਸਰ, ਅਸੀਂ ਅੱਜ ਕਹਾਣੀ ਪੜ੍ਹੀ ਹੈ ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ। ਬਿਲਕੁਲ ਸਹੀ ਜਵਾਬ ਬੇਟਾ, ਸ਼ਾਬਾਸ਼, ਵੈਰੀ ਗੁੱਡ। ਅੱਜ ਅਸੀਂ ਕਹਾਣੀ ਪੜ੍ਹੀ ਹੈ ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ। ਤਾਂ ਬੱਚਿਓ, ਅਗਲਾ ਸਵਾਲ ਹੈ ਕਿਸਾਨ ਦੇ ਘਰ ਦੀ ਆਰਥਿਕ ਹਾਲਤ ਕਿਹੋ ਜਿਹੀ ਸੀ? ਇਸ ਦਾ ਪਹਿਲਾ ਆਪਸ਼ਨ ਹੈ ਮਾੜੀ, ਦੂਸਰਾ ਆਪਸ਼ਨ ਹੈ ਚੰਗੀ,
ਅਤੇ ਤੀਸਰਾ ਆਪਸ਼ਨ ਹੈ ਵਧੀਆ। ਸਰ ਕਿਸਾਨ ਦੇ ਘਰ ਦੀ ਹਾਲਤ ਮਾੜੀ ਸੀ। ਬਿਲਕੁਲ ਸਹੀ ਜਵਾਬ ਬੇਟਾ, ਸ਼ਾਬਾਸ਼, ਵੈਰੀ ਗੁੱਡ। ਬੱਚਿਓ, ਕਿਸਾਨ ਦੇ ਘਰ ਦੀ ਆਰਥਿਕ ਹਾਲਤ ਮਾੜੀ ਸੀ। ਬੱਚਿਓ, ਅਗਲੇ ਪ੍ਰਸ਼ਨ ਵਿੱਚੋਂ ਤੁਸੀਂ ਠੀਕ ਜਾਂ ਗਲਤ ਦੱਸਣਾ ਹੈ। ਸਵਾਲ ਹੈ, ਕਿਸਾਨ ਨੇ ਜਦੋਂ ਇੱਕ ਦਿਨ ਮੁਰਗੀਆਂ ਲਿਆਂਦੀਆਂ ਤਾਂ ਉਹਨਾਂ ਵਿੱਚੋਂ ਇੱਕ ਮੁਰਗੀ ਨੇ ਸੋਨੇ ਦਾ ਆਂਡਾ ਦਿੱਤਾ। ਸਰ ਇਹ ਸਹੀ ਹੈ। ਕਿਸਾਨ ਨੇ ਜਦੋਂ ਇੱਕ ਦਿਨ ਮੁਰਗੀਆਂ ਲਿਆਂਦੀਆਂ ਤਾਂ ਉਹਨਾਂ ਵਿੱਚੋਂ ਇੱਕ ਮੁਰਗੀ ਨੇ ਸੋਨੇ ਦਾ ਆਂਡਾ ਦਿੱਤਾ ਸੀ। ਬਿਲਕੁਲ ਸਹੀ ਜਵਾਬ ਬੇਟਾ, ਸ਼ਾਬਾਸ਼, ਵੈਰੀ ਗੁੱਡ। ਬੱਚਿਓ, ਇੱਕ ਦਿਨ ਜਦੋਂ ਕਿਸਾਨ ਸ਼ਹਿਰੋਂ ਕੁਝ ਮੁਰਗੀਆਂ ਖਰੀਦ ਕੇ ਲੈ ਆਇਆ ਤਾਂ ਉਹਨਾਂ ਵਿੱਚੋਂ ਇੱਕ ਮੁਰਗੀ ਨੇ ਸੋਨੇ ਦਾ ਆਂਡਾ ਦਿੱਤਾ ਸੀ। ਤਾਂ ਬੱਚਿਓ, ਅਗਲਾ ਸਵਾਲ ਹੈ, ਮੁਰਗੀ ਦੇ ਸੋਨੇ ਦੇ ਆਂਡੇ ਵੇਚ ਕੇ ਕਿਸਾਨ ਨੂੰ ਕੀ ਲਾਭ ਹੋਇਆ? ਇਸ ਦਾ ਪਹਿਲਾ ਆਪਸ਼ਨ ਹੈ ਕਿਸਾਨ ਬਹੁਤ ਗਰੀਬ ਹੋ ਗਿਆ। ਦੂਜਾ ਆਪਸ਼ਨ ਹੈ ਕਿਸਾਨ ਬਹੁਤ ਅਮੀਰ ਹੋ ਗਿਆ। ਤੀਜਾ ਆਪਸ਼ਨ ਹੈ ਕਿਸਾਨ ਬਹੁਤ ਕਮਜ਼ੋਰ ਹੋ ਗਿਆ। ਸਰ ਕਿਸਾਨ ਮੁਰਗੀ ਦੇ ਸੋਨੇ ਦੇ ਅੰਡੇ ਵੇਚ ਕੇ ਬਹੁਤ ਅਮੀਰ ਹੋ ਗਿਆ ਸੀ। ਬਿਲਕੁਲ ਸਹੀ ਜਵਾਬ ਬੇਟਾ, ਸ਼ਾਬਾਸ਼, ਵੈਰੀ ਗੁੱਡ। ਕਿਸਾਨ ਮੁਰਗੀ ਦੇ ਸੋਨੇ ਦੇ ਅੰਡੇ ਵੇਚ ਕੇ ਬਹੁਤ ਅਮੀਰ ਹੋ ਗਿਆ ਸੀ। ਤਾਂ ਅਗਲਾ ਸਵਾਲ ਹੈ, ਕਿਸਾਨ ਨੇ ਸੋਚਿਆ ਕਿ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਦੇ ਪੇਟ ਵਿੱਚ ਬਹੁਤ ਸਾਰੇ ਡੈਸ਼ ਹੋਣਗੇ। ਇਸ ਦਾ ਪਹਿਲਾ ਆਪਸ਼ਨ ਹੈ ਸੋਨੇ ਦੇ ਚੂਚੇ, ਦੂਸਰਾ ਆਪਸ਼ਨ ਹੈ ਸੋਨੇ ਦੀਆਂ ਹੱਡੀਆਂ ਅਤੇ ਤੀਸਰਾ ਆਪਸ਼ਨ ਹੈ ਸੋਨੇ ਦੇ ਆਂਡੇ। ਸਰ ਸੋਨੇ ਦੇ ਆਂਡੇ। ਸ਼ਾਬਾਸ਼, ਵੈਰੀ ਗੁੱਡ, ਬਿਲਕੁਲ ਸਹੀ ਜਵਾਬ ਬੇਟਾ। ਕਿਸਾਨ ਨੇ ਸੋਚਿਆ ਸੀ ਕਿ ਮੁਰਗੀ ਦੇ ਪੇਟ ਵਿੱਚੋਂ ਬਹੁਤ ਸਾਰੇ ਸੋਨੇ ਦੇ ਆਂਡੇ ਨਿਕਲਣਗੇ। ਤਾਂ ਬੱਚਿਓ, ਅਗਲਾ ਸਵਾਲ ਹੈ, ਲਾਲਚ ਵਿੱਚ ਆ ਕੇ ਕਿਸਾਨ ਨੇ ਕੀ ਕੀਤਾ? ਇਸ ਦਾ ਪਹਿਲਾ ਆਪਸ਼ਨ ਹੈ ਉਸਨੇ ਮੁਰਗੀ ਦਾ ਪੇਟ ਚੀਰ ਦਿੱਤਾ। ਦੂਸਰਾ ਆਪਸ਼ਨ ਹੈ ਉਸਨੇ ਮੁਰਗੀ ਦੀ ਗਰਦਨ ਵੱਢ ਦਿੱਤੀ। ਤੀਸਰਾ ਆਪਸ਼ਨ ਹੈ ਉਸਨੇ ਮੁਰਗੀ ਨੂੰ ਵੇਚ ਦਿੱਤਾ। ਸਰ ਕਿਸਾਨ ਨੇ ਮੁਰਗੀ ਦਾ ਪੇਟ ਚੀਰ ਦਿੱਤਾ। ਸ਼ਾਬਾਸ਼, ਵੈਰੀ ਗੁੱਡ, ਬਿਲਕੁਲ ਸਹੀ ਜਵਾਬ ਬੇਟਾ। ਬੱਚਿਓ, ਕਿਸਾਨ ਨੇ ਲਾਲਚ ਵਿੱਚ ਆ ਕੇ ਮੁਰਗੀ ਦਾ ਪੇਟ ਚੀਰ ਦਿੱਤਾ। ਤਾਂ ਬੱਚਿਓ, ਆਖਰੀ ਸਵਾਲ ਹੈ, ਮੁਰਗੀ ਦੇ ਪੇਟ ਵਿੱਚੋਂ ਕੀ ਨਿਕਲਿਆ? ਇਸ ਦਾ ਪਹਿਲਾ ਆਪਸ਼ਨ ਹੈ ਚੂਚੇ, ਦੂਸਰਾ ਆਪਸ਼ਨ ਹੈ ਆਂਡੇ ਅਤੇ ਤੀਸਰਾ ਆਪਸ਼ਨ ਹੈ ਖੂਨ। ਸਰ ਮੁਰਗੀ ਦੇ ਪੇਟ ਵਿੱਚੋਂ ਖੂਨ ਨਿਕਲਿਆ ਸੀ। ਤਾਂ ਬੱਚਿਓ, ਮੁਰਗੀ ਦੇ ਪੇਟ ਵਿੱਚੋਂ ਖੂਨ ਨਿਕਲਿਆ ਸੀ। ਤਾਂ ਬੱਚਿਓ, ਹੁਣ ਆਪਾਂ ਇਸ ਕਹਾਣੀ ਦੀ ਦੁਹਰਾਈ ਕਰਦੇ ਹਾਂ। ਦੁਹਰਾਈ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਜੇਕਰ ਆਪਾਂ ਦੁਹਰਾਈ ਨਹੀਂ ਕਰਾਂਗੇ ਤਾਂ ਆਪਾਂ ਇਸ ਕਹਾਣੀ ਨੂੰ ਬਹੁਤ ਜਲਦੀ ਭੁੱਲ ਜਾਵਾਂਗੇ। ਤਾਂ ਸਾਡੀ ਜ਼ਿੰਦਗੀ ਵਿੱਚ ਵੀ ਬੱਚਿਓ ਇਹੀ ਗੱਲ ਹੁੰਦੀ ਹੈ ਕਿ ਜੇਕਰ ਅਸੀਂ ਕਿਸੇ ਕੰਮ ਨੂੰ ਬਾਰ-ਬਾਰ ਨਾ ਕਰੀਏ ਤਾਂ ਅਸੀਂ ਉਸ ਨੂੰ ਬਹੁਤ ਜਲਦੀ ਭੁੱਲ ਜਾਂਦੇ ਹਾਂ। ਇਸ ਕਰਕੇ ਸਾਨੂੰ ਹਰ ਇੱਕ ਚੀਜ਼ ਦਾ ਅਭਿਆਸ ਕਰਦੇ ਰਹਿਣਾ ਚਾਹੀਦਾ ਹੈ। ਪਿਆਰੇ ਬੱਚਿਓ, ਬਹੁਤ ਹੀ ਪੁਰਾਣੇ ਸਮੇਂ ਦੀ ਗੱਲ ਹੈ। ਇੱਕ ਪਿੰਡ ਵਿੱਚ ਇੱਕ ਗਰੀਬ ਕਿਸਾਨ ਰਹਿੰਦਾ ਸੀ। ਉਹ ਦਿਨ ਰਾਤ ਮਿਹਨਤ ਕਰਦਾ, ਪਰ ਉਸ ਦੇ ਘਰ ਦੀ ਆਰਥਿਕ ਹਾਲਤ ਮਾੜੀ ਹੀ ਬਣੀ ਰਹਿੰਦੀ ਸੀ। ਪੈਸਿਆਂ ਦੀ ਕਮੀ ਹੋਣ ਕਰਕੇ ਉਹਨਾਂ ਦੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚੱਲਦਾ ਸੀ ਤੇ ਇਸੇ ਕਰਕੇ ਵਿਚਾਰਾ ਕਿਸਾਨ ਬਹੁਤ ਪਰੇਸ਼ਾਨ ਰਹਿੰਦਾ ਸੀ। ਆਪਣੇ ਘਰ ਦੀ ਆਰਥਿਕ ਹਾਲਤ ਸੁਧਾਰਨ ਲਈ ਇੱਕ ਦਿਨ ਉਹ ਸ਼ਹਿਰੋਂ ਕੁਝ ਮੁਰਗੀਆਂ ਖਰੀਦ ਕੇ ਲੈ ਆਇਆ ਤਾਂ ਜੋ ਉਹ ਮੁਰਗੀਆਂ ਦੇ ਆਂਡੇ ਵੇਚ ਕੇ ਪੈਸੇ ਕਮਾ ਸਕੇ। ਬੱਚਿਓ, ਉਹਨਾਂ ਮੁਰਗੀਆਂ ਨੇ ਜਦੋਂ ਆਂਡੇ ਦਿੱਤੇ ਤਾਂ ਕਿਸਾਨ ਦੇਖਦਾ ਹੈ ਕਿ ਉਹਨਾਂ ਵਿੱਚੋਂ ਇੱਕ ਮੁਰਗੀ ਦੇ ਆਂਡੇ ਸੋਨੇ ਦੇ ਸਨ। ਮੁਰਗੀ ਦੇ ਸੋਨੇ ਦੇ ਆਂਡੇ ਦੇਖ ਕੇ ਕਿਸਾਨ ਬਹੁਤ ਖੁਸ਼ ਹੋਇਆ। ਤਾਂ ਪਿਆਰੇ ਬੱਚਿਓ,
ਇਸ ਤਰ੍ਹਾਂ ਉਹ ਮੁਰਗੀ ਹਰ ਰੋਜ਼ ਸੋਨੇ ਦਾ ਇੱਕ ਆਂਡਾ ਦੇਣ ਲੱਗੀ, ਜਿਸ ਨੂੰ ਵੇਚ ਕੇ ਕਿਸਾਨ ਦਿਨ ਪ੍ਰਤੀ ਦਿਨ ਅਮੀਰ ਹੁੰਦਾ ਗਿਆ। ਪਰ ਨਾਲ ਹੀ ਇਉਂ ਵੀ ਹੋਇਆ ਕਿ ਹੁਣ ਉਸਨੇ ਮਿਹਨਤ ਕਰਨੀ ਛੱਡ ਦਿੱਤੀ ਅਤੇ ਉਹ ਹੋਰ ਵੱਧ ਅਮੀਰ ਹੋਣ ਬਾਰੇ ਸੋਚਣ ਲੱਗਿਆ। ਤਾਂ ਬੱਚਿਓ, ਇੱਥੇ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਹਾਂ ਕਿ ਜੇਕਰ ਤੁਹਾਨੂੰ ਮੁਫਤ ਵਿੱਚ ਕੋਈ ਚੀਜ਼ ਹਰ ਰੋਜ਼ ਮਿਲਦੀ ਹੋਵੇ ਤਾਂ ਕੀ ਤੁਸੀਂ ਮਿਹਨਤ ਕਰੋਗੇ? ਬਿਲਕੁਲ ਸਹੀ ਜਵਾਬ ਬੱਚਿਓ। ਜੇਕਰ ਸਾਨੂੰ ਮੁਫਤ ਵਿੱਚ ਕੋਈ ਚੀਜ਼ ਹਰ ਰੋਜ਼ ਮਿਲੇ ਤਾਂ ਅਸੀਂ ਮਿਹਨਤ ਕਰਨੀ ਛੱਡ ਦਿੰਦੇ ਹਾਂ। ਬਿਲਕੁਲ ਇਸੇ ਤਰ੍ਹਾਂ ਉਸ ਕਿਸਾਨ ਨੇ ਵੀ ਕੀਤਾ। ਹੁਣ ਉਹ ਬਿਨਾਂ ਮਿਹਨਤ ਕੀਤਿਆਂ ਇੱਕਦਮ ਅਮੀਰ ਹੋਣ ਦੇ ਸੁਪਨੇ ਦੇਖਣ ਲੱਗ ਪਿਆ। ਬੱਚਿਓ, ਕਿਸਾਨ ਦੇ ਮਨ ਵਿੱਚ ਸੋਨੇ ਦੇ ਆਂਡਿਆਂ ਦਾ ਲਾਲਚ ਭਰ ਗਿਆ ਸੀ। ਉਸਨੇ ਇੱਕ ਦਿਨ ਸੋਚਿਆ ਕਿ ਜੇਕਰ ਮੁਰਗੀ ਹਰ ਰੋਜ਼ ਸੋਨੇ ਦਾ ਇੱਕ ਆਂਡਾ ਦਿੰਦੀ ਹੈ ਤਾਂ ਉਸਦੇ ਪੇਟ ਵਿੱਚ ਬਹੁਤ ਸਾਰੇ ਸੋਨੇ ਦੇ ਆਂਡੇ ਹੋਣਗੇ। ਉਹ ਇੱਕ ਵਾਰ ਵਿੱਚ ਹੀ ਮੁਰਗੀ ਦੇ ਪੇਟ ਵਿੱਚੋਂ ਸਾਰੇ ਸੋਨੇ ਦੇ ਆਂਡੇ ਕੱਢਣ ਬਾਰੇ ਸੋਚਣ ਲੱਗਿਆ, ਜਿਸ ਨਾਲ ਉਹ ਜਲਦੀ ਹੀ ਕਰੋੜਪਤੀ ਬਣ ਜਾਵੇਗਾ। ਬੱਚਿਓ, ਇੱਕ ਦਿਨ ਕਿਸਾਨ ਨੇ ਲਾਲਚ ਵਿੱਚ ਆ ਕੇ ਮੁਰਗੀ ਨੂੰ ਪਕੜ ਲਿਆ ਤੇ ਚਾਕੂ ਨਾਲ ਉਸ ਦਾ ਪੇਟ ਚੀਰ ਦਿੱਤਾ। ਇਸ ਤਰ੍ਹਾਂ ਵਿਚਾਰੀ ਮੁਰਗੀ ਮਰ ਗਈ ਅਤੇ ਕਿਸਾਨ ਨੇ ਹਰ ਰੋਜ਼ ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ ਨੂੰ ਹੱਥੋਂ ਗਵਾ ਲਿਆ। ਉਸਨੇ ਤਾਂ ਸੋਚਿਆ ਸੀ ਕਿ ਮੁਰਗੀ ਦੇ ਪੇਟ ਵਿੱਚੋਂ ਬਹੁਤ ਸਾਰੇ ਸੋਨੇ ਦੇ ਆਂਡੇ ਨਿਕਲਣਗੇ, ਪਰ ਖੂਨ ਤੋਂ ਇਲਾਵਾ ਹੋਰ ਕੁਝ ਨਾ ਨਿਕਲਿਆ। ਹੁਣ ਕਿਸਾਨ ਬਹੁਤ ਪਛਤਾ ਰਿਹਾ ਸੀ ਕਿਉਂਕਿ ਵੇਲਾ ਹੱਥੋਂ ਨਿਕਲ ਚੁੱਕਾ ਸੀ। ਬੱਚਿਓ, ਹੁਣ ਉਸ ਕੋਲ ਪਛਤਾਵੇ ਤੋਂ ਇਲਾਵਾ ਕੁਝ ਨਾ ਰਿਹਾ। ਬੱਚਿਓ, ਲਾਲਚ ਸ਼ਬਦ ਦਾ ਅਰਥ ਹੈ ਕਿਸੇ ਚੀਜ਼ ਨੂੰ ਪ੍ਰਾਪਤ ਕਰਨ ਦੀ ਤੀਬਰ ਇੱਛਾ। ਲਾਲਚ ਨੂੰ ਮਨੁੱਖ ਦੇ 5 ਵਿਕਾਰਾਂ ਵਿੱਚੋਂ ਇੱਕ ਵਿਕਾਰ ਗਿਣਿਆ ਜਾਂਦਾ ਹੈ। ਜੋ ਕੁਝ ਸਾਡੇ ਕੋਲ ਹੈ, ਜਦੋਂ ਅਸੀਂ ਉਸ ਨਾਲ ਸੰਤੁਸ਼ਟ ਨਾ ਹੋ ਕੇ ਹੋਰ ਜ਼ਿਆਦਾ ਲੋਚਦੇ ਹਾਂ ਤਾਂ ਇਸ ਨੂੰ ਲਾਲਚ ਕਹਿੰਦੇ ਹਨ। ਅਸੀਂ ਲਾਲਚ ਵਿੱਚ ਆਪਣੇ ਕੋਲ ਜੋ ਚੀਜ਼ ਹੁੰਦੀ ਹੈ ਉਸ ਤੋਂ ਵੀ ਹੱਥ ਧੋ ਬੈਠਦੇ ਹਾਂ। ਬੱਚਿਓ, ਲਾਲਚ ਵਿਅਕਤੀ ਨੂੰ ਇਸ ਹੱਦ ਤੱਕ ਅੰਨਾ ਕਰ ਦਿੰਦਾ ਹੈ ਕਿ ਉਹ ਬੁਰੇ ਭਲੇ, ਚੰਗੇ ਮਾੜੇ ਦੀ ਪਛਾਣ ਛੱਡ ਕੇ ਸਿਰਫ ਲਾਲਚ ਦੀ ਪੂਰਤੀ ਪਿੱਛੇ ਲੱਗ ਜਾਂਦਾ ਹੈ। ਜਿਵੇਂ ਕਿ ਅਸੀਂ ਕਹਾਣੀ ਵਿੱਚ ਪੜ੍ਹਿਆ ਕਿ ਕਿਸਾਨ ਨੇ ਲਾਲਚ ਵਿੱਚ ਆ ਕੇ ਰੋਜ਼ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਹੱਥੋਂ ਗਵਾ ਲਈ। ਉਸ ਵਿਚਾਰੀ ਮੁਰਗੀ ਦਾ ਪੇਟ ਚਾਕੂ ਨਾਲ ਚੀਰ ਦਿੱਤਾ, ਪਰ ਕਿਸਾਨ ਨੂੰ ਮੁਰਗੀ ਦੇ ਪੇਟ ਵਿੱਚੋਂ ਖੂਨ ਤੋਂ ਇਲਾਵਾ ਕੁਝ ਨਾ ਮਿਲਿਆ। ਉਸ ਨੂੰ ਤਾਂ ਉਮੀਦ ਸੀ ਕਿ ਉਸ ਨੂੰ ਬਹੁਤ ਸਾਰੇ ਸੋਨੇ ਦੇ ਆਂਡੇ ਮਿਲਣਗੇ। ਲਾਲਚ ਵਿੱਚ ਆ ਕੇ ਉਸਨੇ ਰੋਜ਼ ਇੱਕ ਆਂਡਾ ਦੇਣ ਵਾਲੀ ਮੁਰਗੀ ਨੂੰ ਹੱਥੋਂ ਗਵਾ ਲਿਆ। ਬੱਚਿਓ, ਜਿੰਨਾ ਸਾਡੇ ਕੋਲ ਹੋਵੇ ਸਾਨੂੰ ਉਸ ਵਿੱਚ ਹੀ ਸੰਤੁਸ਼ਟ ਰਹਿਣਾ ਚਾਹੀਦਾ ਹੈ। ਵੱਧ ਪ੍ਰਾਪਤ ਕਰਨ ਦੀ ਤਾਂਘ ਲਾਲਚ ਨੂੰ ਜਨਮ ਦਿੰਦੀ ਹੈ ਅਤੇ ਲਾਲਚ ਮਨੁੱਖ ਦੀ ਬੁੱਧੀ ਭ੍ਰਿਸ਼ਟ ਕਰ ਦਿੰਦਾ ਹੈ। ਬੁੱਧੀ ਭ੍ਰਿਸ਼ਟ ਹੋਣ ਨਾਲ ਮਨੁੱਖ ਬੁਰੇ ਕੰਮਾਂ ਦੇ ਰਾਹ ਪੈ ਜਾਂਦਾ ਹੈ। ਬੱਚਿਓ, ਕਹਿੰਦੇ ਹਨ ਕਿ ਲਾਲਚ ਦੀ ਕੋਈ ਹੱਦ ਨਹੀਂ ਹੁੰਦੀ। ਇਹ ਇੱਕ ਅਜਿਹਾ ਦਰਵਾਜ਼ਾ ਹੈ ਜਿਸ ਦੇ ਅੰਦਰ ਜਾਣ ਦਾ ਰਸਤਾ ਤਾਂ ਹੁੰਦਾ ਹੈ, ਪਰ ਬਾਹਰ ਨਿਕਲਣ ਦਾ ਨਹੀਂ ਹੁੰਦਾ। ਲਾਲਚੀ ਮਨੁੱਖ ਦੀ ਕਦੇ ਤਮਾ ਨਹੀਂ ਭਰਦੀ। ਲਾਲਚ ਸਾਡੇ ਬੁਰੇ ਕੰਮਾਂ ਦੀ ਜੜ ਹੈ। ਬੱਚਿਓ, ਇਸ ਕਹਾਣੀ ਨੂੰ ਪੜ੍ਹ ਕੇ ਸਾਨੂੰ ਸਿੱਖਿਆ ਮਿਲਦੀ ਹੈ ਕਿ ਸਾਨੂੰ ਲਾਲਚ ਨਹੀਂ ਕਰਨਾ ਚਾਹੀਦਾ, ਕਿਉਂਕਿ ਲਾਲਚ ਇੱਕ ਬੁਰੀ ਬਲਾ ਹੈ। ਸਾਨੂੰ ਲਾਲਚ ਵਿੱਚ ਨਹੀਂ ਆਉਣਾ ਚਾਹੀਦਾ। ਲਾਲਚ ਕਰਨ ਨਾਲ ਮਨੁੱਖ ਆਪਣੀਆਂ ਮੁੱਲਵਾਨ ਚੀਜ਼ਾਂ ਗਵਾ ਲੈਂਦਾ ਹੈ। ਇਸੇ ਕਰਕੇ ਸਾਨੂੰ ਆਪਣੇ ਕੋਲ ਜੋ ਵੀ ਚੀਜ਼ ਹੈ ਉਸ ਵਿੱਚ ਸਬਰ ਕਰਨਾ ਚਾਹੀਦਾ ਹੈ, ਕਿਉਂਕਿ ਸਬਰ ਦਾ ਫਲ ਮਿੱਠਾ ਹੁੰਦਾ ਹੈ। ਬੱਚਿਓ, ਹੁਣ ਮੈਂ ਤੁਹਾਨੂੰ ਕੁਝ ਸਵਾਲ ਪੁੱਛਦਾ ਹਾਂ। ਜੇ ਕਿਸਾਨ ਮਿਹਨਤ ਕਰਦਾ ਰਹਿੰਦਾ ਤਾਂ ਕੀ ਹੁੰਦਾ? ਜੇਕਰ ਕਿਸਾਨ ਲਾਲਚ ਨਾ ਕਰਦਾ ਤਾਂ ਕੀ ਹੋਣਾ ਸੀ? ਤੁਹਾਨੂੰ ਕਿਸਾਨ ਕਿਹੋ ਜਿਹਾ ਆਦਮੀ ਲੱਗਿਆ?
ਕਿਸਾਨ ਨੂੰ ਮੁਰਗੀ ਨਾਲ ਕਿਹੋ ਜਿਹਾ ਵਿਹਾਰ ਕਰਨਾ ਚਾਹੀਦਾ ਸੀ? ਜੇ ਤੁਸੀਂ ਕਿਸਾਨ ਦੀ ਥਾਂ ਹੁੰਦੇ ਤਾਂ ਤੁਸੀਂ ਕੀ ਕਰਦੇ? ਇਹਨਾਂ ਸਵਾਲਾਂ ਦੇ ਜਵਾਬ ਤੁਸੀਂ ਆਪਣੀ ਕਾਪੀ ਵਿੱਚ ਨੋਟ ਕਰਨੇ ਨੇ ਤੇ ਆਪਣੇ ਟੀਚਰ ਸਾਹਿਬਾਨ ਨੂੰ ਜਾ ਕੇ ਉਹਨਾਂ ਬਾਰੇ ਵਿਚਾਰ ਵਟਾਂਦਰਾ ਕਰਨਾ ਹੈ। ਬੱਚਿਓ, ਹੁਣ ਮੈਂ ਤੁਹਾਨੂੰ ਕੁਝ ਤਸਵੀਰਾਂ ਦਿਖਾਉਂਦਾ ਹਾਂ। ਤੁਸੀਂ ਇਹਨਾਂ ਤਸਵੀਰਾਂ ਨੂੰ ਵੇਖ ਕੇ ਲਾਲਚ ਤੋਂ ਬਚਣ ਦੀ ਸਿੱਖਿਆ ਦਿੰਦੀ ਕਹਾਣੀ ਦਾ ਨਾਂ ਦੱਸਣਾ ਹੈ। ਆਹ ਤਸਵੀਰਾਂ ਵੇਖੋ, ਸੋਚੋ। ਸ਼ਾਬਾਸ਼। ਤਾਂ ਇਸ ਕਹਾਣੀ ਦਾ ਨਾਂ ਹੈ ਲਾਲਚੀ ਕੁੱਤਾ। ਤਾਂ ਚਲੋ ਅਗਲੀ ਤਸਵੀਰ ਵੇਖਦੇ ਹਾਂ। नहीं पता? ਤਾਂ ਚਲੋ ਮੈਂ ਦੱਸ ਦਿੰਦਾ ਹਾਂ। ਬੱਚਿਓ, ਇਸ ਕਹਾਣੀ ਦਾ ਨਾਂ ਹੈ ਲਾਲਸਾ ਦੀ ਚੱਕੀ। ਬੱਚਿਓ, ਮੈਨੂੰ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ। ਤਾਂ ਤੁਸੀਂ ਇੱਕ ਕੰਮ ਕਰਨਾ ਹੈ, ਇਸ ਕਹਾਣੀ ਨੂੰ ਇੱਥੇ ਹੀ ਪੜ੍ਹ ਕੇ ਨਹੀਂ ਛੱਡਣਾ। ਸਕੂਲ ਖੁੱਲ੍ਹਣ 'ਤੇ ਆਪਣੇ ਸਕੂਲ ਦੀ ਲਾਇਬ੍ਰੇਰੀ ਵਿੱਚੋਂ ਕਹਾਣੀ ਦੀਆਂ ਕਿਤਾਬਾਂ ਲੈ ਕੇ ਪੜ੍ਹਨੀਆਂ ਹਨ ਅਤੇ ਆਪਣੇ ਟੀਚਰ ਸਾਹਿਬਾਨ ਨਾਲ ਉਹਨਾਂ ਬਾਰੇ ਗੱਲਬਾਤ ਜ਼ਰੂਰ ਕਰਨੀ ਹੈ। ਬੱਚਿਓ, ਤੁਹਾਡੇ ਘਰ ਦਾ ਕੰਮ ਹੈ ਕਿ ਤੁਸੀਂ ਇਸ ਕਹਾਣੀ ਨੂੰ ਸੁੰਦਰ ਲਿਖਾਈ ਵਿੱਚ ਪੰਜਾਬੀ ਦੀ ਕਾਪੀ ਵਿੱਚ ਲਿਖ ਕੇ ਅਤੇ ਬਾਅਦ ਵਿੱਚ ਉਸ ਨੂੰ ਯਾਦ ਕਰਨਾ ਹੈ। ਬੱਚਿਓ, ਹੁਣ ਮੈਂ ਤੁਹਾਨੂੰ ਕਹਾਣੀ ਦਾ ਸਾਰ ਲਿਖਣ ਬਾਰੇ ਕੁਝ ਮੁੱਢਲੀਆਂ ਗੱਲਾਂ ਦੱਸਦਾ ਹਾਂ। ਤਾਂ ਬੱਚਿਓ, ਸਭ ਤੋਂ ਪਹਿਲਾਂ ਅਸੀਂ ਕਹਾਣੀ ਦਾ ਨਾਂ ਲਿਖਾਂਗੇ, ਜਿਹੜੀ ਕਹਾਣੀ ਦਾ ਅਸੀਂ ਸਾਰ ਲਿਖਣਾ ਹੈ। ਕਹਾਣੀ ਦੇ ਸ਼ੁਰੂ ਵਿੱਚ ਅਸੀਂ ਕਹਾਣੀ ਦੇ ਪਾਤਰਾਂ ਬਾਰੇ ਜਾਣਕਾਰੀ ਦੇਵਾਂਗੇ, ਭਾਵ ਕਿ ਅਸੀਂ ਕਿਸ ਬਾਰੇ ਕਹਾਣੀ ਲਿਖ ਰਹੇ ਹਾਂ। ਕਹਾਣੀ ਦੇ ਪਾਤਰਾਂ ਬਾਰੇ ਜਾਣਕਾਰੀ ਦੇਣ ਤੋਂ ਬਾਅਦ ਅਸੀਂ ਕਹਾਣੀ ਦੀਆਂ ਘਟਨਾਵਾਂ ਬਿਆਨ ਕਰਾਂਗੇ, ਭਾਵ ਕਿ ਕਹਾਣੀ ਦੇ ਵਿੱਚ ਜੋ ਵਾਪਰਿਆ ਅਸੀਂ ਉਸ ਸਭ ਨੂੰ ਵਿਸਥਾਰ ਪੂਰਵਕ ਲਿਖਾਂਗੇ। ਕਹਾਣੀ ਵਿਚਲੀਆਂ ਉਹਨਾਂ ਘਟਨਾਵਾਂ ਦੇ ਕੀ ਸਿੱਟੇ ਨਿਕਲੇ ਅਸੀਂ ਉਸ ਨੂੰ ਲਿਖਾਂਗੇ। ਉਸ ਤੋਂ ਬਾਅਦ ਬੱਚਿਓ, ਅੰਤ ਦੇ ਵਿੱਚ ਕਹਾਣੀ ਦੀ ਸਿੱਖਿਆ ਜਾਂ ਕਹਾਣੀ ਦਾ ਸਿੱਟਾ ਜ਼ਰੂਰ ਲਿਖਣਾ ਹੈ, ਭਾਵ ਕਿ ਇਸ ਕਹਾਣੀ ਵਿੱਚੋਂ ਸਾਨੂੰ ਕੀ ਸਿੱਖਿਆ ਮਿਲੀ ਹੈ। ਲੱਗੀ ਨਜ਼ਰ ਪੰਜਾਬ ਨੂੰ, ਕੋਈ ਇਹਦੀ ਨਜ਼ਰ ਉਤਾਰੋ, ਲੈ ਕੇ ਮਿਰਚਾਂ ਕੌੜੀਆਂ ਇਹਦੇ ਸਿਰ ਤੋਂ ਵਾਰੋ ਵਾਰ ਕੇ ਅੱਗ ਦੇ ਵਿੱਚ ਸਾੜੋ। ਲੱਗੀ ਨਜ਼ਰ ਪੰਜਾਬ ਨੂੰ, ਇਹਦੀ ਨਜ਼ਰ ਉਤਾਰੋ। ਬੱਚਿਓ, ਇਹਨਾਂ ਲਫ਼ਜ਼ਾਂ ਨਾਲ ਮੈਂ ਵਿਦਾ ਲੈਂਦਾ ਹਾਂ। ਆਪ ਸਭ ਦਾ ਬਹੁਤ ਬਹੁਤ ਧੰਨਵਾਦ।